ਆਂਚੇ ਵੀ ਭਾਜੀ ਮਤਲਬ ਕਿ ਇਹ 1000 ਰੁਪਏ ਕਿਲੋ ਵੀ ਵਿਕੇ ਨਾ ਫਿਰ ਵੀ ਇਹ ਚ ਫਾਇਦਾ ਹੀ ਫਾਇਦਾ ਚ ਨੁਕਸਾਨ ਨਹੀਂ ਆਇਆ ਔਰ ਨੁਕਸਾਨ ਹੋ ਵੀ ਨਹੀਂ ਸਕਦਾ। ਕਿੱਲੇ ਚੋਂ ਆਂਦੇ ਨੇ 300-400 ਮਨ ਨਿਕਲ ਆਉਂਦਾ ਕਿਆ ਸੱਚ 300-400 ਮਨ ਤੇ ਬੜੀ ਦੂਰ ਦੀ ਗੱਲ ਇਹ 250 ਮਨ ਵੀ ਨਿਕਲੇ ਤੇ ਤਾਂ ਵੀ ਇਹਦੇ ਚੋਂ ਲੱਖਾਂ ਦੇ ਫਾਇਦੇ ਕਰੋੜਾਂ ਰੁਪਈਆ ਬਣ ਜਾਂਦਾ। ਹਾਂਜੀ ਕਰੋੜਾਂ ਰੁਪਈਆ ਬਣ ਜਾਂਦਾ। ਸਹੀ ਹੋ ਗਿਆ। ਹੁਣ ਬੜੇ ਬੜੇ ਦੋਸਤਾਂ ਨੇ ਮੋਟੀਵੇਸ਼ਨ ਭਾਈ ਵੇਖੇ ਹੋਣਗੇ ਲੇਕਿਨ ਅੱਜ ਉਹ ਸਾਡੇ ਨਾਲ ਕਿਸਾਨ ਜਿਹੜਾ ਨਾ ਮੌਜੂਦ ਨੇ ਕਿ ਭਰਾਵਾਂ ਨੂੰ ਮੋਟੀਵੇਟ ਕਰ ਦੇਣਗੇ ਜਿਹਨੂੰ ਜੀਵਨ ਦਾ ਨਹੀਂ ਨਾ ਪਤਾ ਅੱਜ ਤੁਹਾਨੂੰ ਦੱਸਣਗੇ। ਭਾਈ ਇਹ ਪਿੰਡ ਦੇ ਵਿੱਚ ਛੇੜ ਕਿਸ ਤਰ੍ਹਾਂ ਪਈ ਹੈ? ਇਹ ਛੇੜ ਭਾਜੀ ਇਸ ਤਰ੍ਹਾਂ ਪਈ ਇੱਥੇ ਭਾਈ ਰਫਾਨ ਨੇ ਉਹਨਾਂ ਨੇ ਪਿਛਲੇ ਸਾਲ 11 ਲੱਖ ਰੁਪਏ ਦਾ ਬਿੱਲ ਲਿਆਂਦਾ 4 ਬੰਦਾ ਆਂਦਾ ਸੀ ਇਹ ਬੰਦਾ ਛਦਾਈ ਹੋ ਗਿਆ ਔਰ ਇਸ ਸਾਲ ਹਰ ਬੰਦਾ ਹੀ ਸਾਡੇ ਪਿੰਡ ਦਾ ਛਦਾਈ ਹੋ ਗਿਆ। ਉਹਨਾਂ ਨੇ 12 ਲੱਖ ਰੁਪਇਆ ਲਾਇਆ ਸੀ ਤੇ 75 ਲੱਖ ਰੁਪਇਆ ਕਮਾਇਆ ਸੀ ਨਾਲ ਬੀ ਵੀ ਵੱਧ ਗਿਆ ਤਿੰਨਾਂ ਪੈਰੀਆਂ ਦਾ ਬੀਜ ਉਹਨਾਂ ਨੇ ਆਪਣਾ ਜਾਤੀ ਬਣਾ ਲਿਆ। ਐਤਕੀ ਸਾਡੇ ਪਿੰਡ ਕਮ ਸੋ ਕਮ ਕੋ 20 ਕਿੱਲੇ ਬੀਜ ਲੱਗ ਗਿਆ ਤੇ ਮੈਂ ਆਪ ਬਸਾਤੇ ਖੁਦ ਕੋ 12 ਲੱਖ ਰੁਪਏ ਦਾ 2.5 ਮਣ ਬੀਜ ਲੈ ਕੇ ਚਲਾ ਬੈਠਾ ਤੇ ਹਰ ਬੰਦੇ ਦੀ ਇਹ ਕੋਸ਼ਿਸ਼ ਹੈ। ਜ਼ੇਵਰ ਵੇਚ ਛੜੇ ਨੇ, ਟਰੈਕਟਰ ਵੇਚ ਛੜੇ ਨੇ, ਕਰਜ਼ੇ ਚੁੱਕ ਕੇ ਲੋਕਾਂ ਨੇ ਜੀਵਨ ਜਿਹੜਾ ਇਹਦੀ ਕਾਸ਼ਤ ਕਰਨ ਡਿਆ ਨੇ। ਇਹਦਾ ਫਾਇਦਾ ਬਹੁਤ ਹੈ। ਇਹਦਾ ਕੀ ਫਾਇਦਾ ਤੁਸੀਂ ਆਮ ਵੇਖਿਆ ਕਿ ਕਿਉਂ ਇੰਨਾ ਇਸ ਲੱਸਣ ਨਾਲ ਹੈ ਤੇ ਲੱਸਣ ਹੀ ਹੈ ਕਿਉਂ ਇਹਨਾਂ ਲੋਕ ਆ ਰਹੇ ਨੇ? ਦੇਖੋ ਇੱਕ ਚੀਜ਼ ਕੋਈ ਚੀਜ਼ ਸੋਨੇ ਤੋਂ ਥੱਲੇ ਇਹ ਚੀਜ਼ ਮਹਿੰਗੀ ਹੈ ਜਿਹੜੀ 12 ਤੋਂ ਲੈ ਕੇ 15000 ਤੱਕ 16000 ਤੱਕ ਕਿਲੋ ਹੈ। ਬਿਲਕੁਲ ਸੋਨੇ ਤੋਂ ਥੱਲੇ ਇਹ ਚੀਜ਼ ਮਹਿੰਗੀ ਹੈ ਔਰ ਕੋਈ ਚੀਜ਼ ਐਸੀ ਨਹੀਂ ਜਿਹੜੀ 5 ਲੱਖ ਰੁਪਏ ਦੀ ਮਨ ਹੋਵੇ। ਕੋਈ ਚੀਜ਼ ਐਸੀ ਨਹੀਂ ਔਰ ਇਹ 5 ਲੱਖ ਰੁਪਏ ਦਾ ਮਨ ਲੋਕ 20 ਲੈ ਕੇ ਤੇ ਕਸ਼ਟ ਕਰਦਾ ਨਾ ਕੋਈ ਮੇਵਾ ਨਾ ਕੋਈ ਕੋਈ ਚੀਜ਼ ਨਹੀਂ ਔਰ ਇਹਦੀ ਮਿਹਨਤ ਵੀ ਹੈ ਔਰ ਜਿੰਨੀ ਮਿਹਨਤ ਇਹ ਕਰਨੀ ਹੈ ਉਨਾ ਇਹਦਾ ਫਾਇਦਾ ਜ਼ਿਆਦਾ ਹੋ। ਅੱਛਾ ਇਹ ਦੱਸੋ ਕਿ ਇਹ ਜਿਹੜਾ ਇਰਫਾਨ ਭਾਈ ਨੇ ਤੇ ਅਸਾਂ ਮਿਲ ਕੇ ਲਾਇਆ ਕਿੰਨੇ ਏਕੜ ਹੀ ਲਾਇਆ ਇੱਥੇ ਭਾਜੀ 10 ਤੋਂ 12 ਏਕੜ ਹੈ ਇੱਥੇ ਕਮ ਤੋਂ ਕਮ 12 ਏਕੜ ਰਕਬਾ ਜਿਹੜਾ ਹੁਣ ਲੱਗਾ ਪਰ 5 ਕਿੱਲਾ ਲੱਗਾ ਸੀ ਐਤੀ ਉਸੇ ਜ਼ਮੀਨ ਦੇ ਵਿੱਚ ਹੀ 12 ਕਿੱਲੇ ਇਹ ਕਾਸ਼ਤ ਹੋ ਗਿਆ ਔਰ 12-13 ਕਿੱਲੇ ਸਾਡੇ ਪਿੰਡ ਹੋਰ ਅਜ਼ਾਫੀ ਸਾਈਡ ਤੇ ਵੀ ਲੱਗ ਗਏ। ਇਹਦਾ ਫਿਊਚਰ ਕੀ ਵੇਂਦੇ ਹੋ ਪਏ? ਕਿਆ ਇਹਦੇ ਵਿੱਚ ਨੁਕਸਾਨ ਹੈ ਲੋਕਾਂ ਦਾ ਅੱਗੋਂ ਪੈਸੇ ਡੁੱਬਣ ਦਾ ਕੋਈ ਵੀ ਇੰਜ ਦਾ ਨੁਕਸਾਨ ਤੇ ਇਹ ਵੀ ਭਾਜੀ ਮਤਲਬ ਕਿ ਇਹ 1000 ਰੁਪਏ ਕਿਲੋ ਵੀ ਵਿਕੇ ਨਾ ਫਿਰ ਵੀ ਇਹ ਚ ਫਾਇਦਾ ਹੀ ਫਾਇਦਾ ਚ ਨੁਕਸਾਨ ਨਹੀਂ ਆਇਆ ਔਰ ਨੁਕਸਾਨ ਹੋ ਵੀ ਨਹੀਂ ਸਕਦਾ। ਕਿੱਲੇ ਚੋਂ ਆਂਦੇ ਨੇ 300-400 ਮਨ ਨਿਕਲ ਆਉਂਦਾ ਕਿਆ ਸੱਚ 300-400 ਮਨ ਤੇ ਬੜੀ ਦੂਰ ਦੀ ਗੱਲ ਇਹ 250 ਮਨ ਵੀ ਨਿਕਲੇ ਤੇ ਤਾਂ ਵੀ ਇਹਦੇ ਚੋਂ ਲੱਖਾਂ ਦੇ ਫਾਇਦੇ ਕਰੋੜਾਂ ਰੁਪਈਆ ਬਣ ਜਾਂਦਾ। ਕਰੋੜਾਂ ਰੁਪਈਆ ਬਣ ਜਾਂਦਾ। ਸਹੀ ਹੋ ਗਿਆ। ਹੁਣ 2200 ਰੁਪਏ ਕਿਲੋ ਸਨੇ ਭੂਕਾਂ ਇਹ ਵਿਕਦਾ ਅੱਜ ਦਾ ਰੇਟ ਅੱਗੋਂ ਪਤਾ ਨਹੀਂ ਕੀ ਬਣਨਾ ਹੈ ਕਿਉਂਕਿ ਇਹ 22 ਚਾਂਸ ਗੇਮ ਵੀ ਹੋ ਸਕਦੀ ਹੈ। ਇਹਦਾ ਰੇਟ ਜਿਹੜਾ ਇਸ ਤੋਂ ਵੱਧ ਵੀ ਸਕਦਾ ਵਧਣਾ ਜਿਨ੍ਹਾਂ ਲੋਕਾਂ 16000 ਦਾ ਲਾਇਆ 17-1800 ਤੋਂ ਲੈ ਕੇ 2200 ਰੁਪਏ ਕਿਲੋ ਤੱਕ ਤੇ ਹੁਣ ਮਤਲਬ ਕਿ ਡੋਂਟ ਪੈਸੇ ਜਿਹੜੇ ਨੇ ਉਹ ਪਾਰਟੀਆਂ ਦੇਣ ਨੂੰ ਤਿਆਰ ਨੇ ਔਰ ਦੇ ਰਹੇ ਨੇ ਔਰ ਕਈਆਂ ਬੰਦਿਆਂ ਨੇ ਲੈ ਵੀ ਨੇ। ਲਓ ਜੀ ਮੇਰਾ ਨਹੀਂ ਖਿਆਲ ਕਿ ਪੂਰੇ ਇੰਟਰਨੈਟ ਤੇ ਇੰਜ ਦਾ ਕੋਈ ਕਿਸਾਨ ਹੋਏ ਇੰਜ ਦਾ ਕੋਈ ਸਮਝਾਉਣ ਵਾਲਾ ਹੋਇਆ। ਇਰਫਾਨ ਭਾਈ ਇੱਧਰ ਆਓ ਜੀ ਇਹ ਨਾਲ ਗੱਲ ਦੱਸੋ ਕਿ ਤੁਸੀਂ ਜਿਹੜਾ ਆਪਣਾ ਲਾਇਆ 12 ਲੱਖ ਕਿਆ ਕੋਲ ਪਿਆ ਸੀ ਜਾਂ ਕੋਈ ਚੀਜ਼ ਚ ਵੇਚੀ ਵੂਚੀ ਸੀ? ਨਹੀਂ ਜੀ ਨਹੀਂ ਅਸੀਂ ਮਤਲਬ ਕਿ ਇੱਕ ਮੱਝ ਵੇਚੀ ਜੇ ਅੱਛਾ ਕੁਝ ਪੈਸੇ ਜਿਹੜੇ ਇਹਨੂੰ ਕਰਜ਼ਾ ਚੁੱਕਿਆ ਕੁਝ ਜ਼ੇਵਰ ਬੈਂਕ 'ਚ ਧਰਿਆ ਉਹ ਸਾਰੇ ਪੈਸੇ ਬਣਾ ਬਣੂ ਕੇ ਤੇ 12 ਲੱਖ ਰੁਪਏ ਦਾ ਭਾਈ ਰਫਾਨ ਦੀ ਰਾਹੀਂ ਬੀਜ ਜਿਹੜਾ ਉਹ ਅਸੀਂ ਮੰਗਵਾਇਆ। ਠੀਕ ਹੈ ਤੇ ਚਲੋ ਉਹਨਾਂ ਵੀ ਸਾਡੀ ਵਿੱਚ ਹੈਲਪ ਕੀਤੀ। ਉਹਨਾਂ ਵੀ 2-4 ਲੱਖ ਰੁਪਏ ਆਖਿਆ ਬਈ ਕੋਈ ਗੱਲ ਨਹੀਂ ਸਾਡਾ ਡੇਰਾ ਮਸਤਰਕਾ ਹੈ। ਉਹਨਾਂ ਵੀ ਆਖਿਆ ਚਲੋ 2-4 ਲੱਖ ਰੁਪਏ ਯਾਰ ਕੋਈ ਗੱਲ ਨਹੀਂ ਮੈਂ ਵੀ ਦੇ ਦੇਣਾ ਤੁਹਾਨੂੰ ਤੁਸੀਂ ਇਹ ਕਰੋ। ਬਿਲਕੁਲ ਠੀਕ ਹੈ ਜੀ ਅਸੀਂ ਉਹ ਲਾਇਆ ਔਰ ਅਲਹਮਦੁਲਿਲਾ ਇਹ ਉਮੀਦ ਹੈ ਪਰ ਅੱਗੋਂ ਜਿਹੜਾ ਉਹ ਬੀ ਵੀ ਬਚ ਜਾਏਗਾ ਔਰ ਸਾਡੇ ਪੈਸੇ ਜਿਹੜੇ ਨੇ ਉਹ ਵੀ ਡਬਲ ਹੋ ਜਾਣਗੇ। ਇਰਫਾਨ ਭਾਈ ਇਹ ਡਬਲ ਸ਼ਾਹ ਵਾਲੀ ਗੇਮ ਹੈ ਇਹ ਤੇ ਕਿਸਾਨ ਭਾਈ ਜਿਹੜਾ ਇਹਦੇ ਬੜੇ ਪੂਰੇ ਦਿਮਾਗ ਨੇ। ਤੁਸੀਂ ਕਿਹਦਾ ਫਿਊਚਰ ਵੇਖਦੇ ਹੋ ਪਏ ਜੀਵਨ ਦਾ ਅਗਲੇ 3-4 ਸਾਲ? ਸਰ ਮੈਂ ਇਹਦਾ ਫਿਊਚਰ ਤੇ ਬਹੁਤ ਅੱਛਾ ਵੇਖ ਰਿਹਾ। ਜਿਵੇਂ ਮੁਖਤਲਿਫ ਲੋਕਾਂ ਦੇ ਇਹ ਸੁਣ ਰਹੇ ਹਾਂ ਜਿਹੜੇ ਵੱਡੇ ਵੱਡੇ ਗਰੂਵਰ ਨੇ ਤੇ ਖੁਦ ਵੀ ਸਮਝ ਰਹੇ ਹਾਂ। ਅਸੀਂ ਵੀ ਅੱਜ ਬੜੇ ਵਸੀਹ ਪੈਮਾਨੇ ਤੇ ਲਾਇਆ ਹੈ 10 ਏਕੜ ਤੱਕ ਲਾ ਦਿੱਤਾ ਹੈ ਮਾਸ਼ਾਅੱਲਾ। ਇਨਸ਼ਾਅੱਲਾ ਤਾਲਾ 3-4 ਸਾਲ ਤੇ ਕਿਤੇ ਨਹੀਂ ਜਾਂਦਾ। ਠੀਕ ਹੈ ਉਸ ਤੋਂ ਬਾਅਦ ਅੱਲਾ ਬਿਹਤਰ ਜਾਣਦਾ 3-4 ਸਾਲ ਤੇ ਅਜੇ ਇਹਦਾ ਬੜਾ ਸਕੋਪ ਹੈ। ਇਸ ਸਾਲ ਕੀ ਇੰਡੀਕੇਟ ਕਰਦੇ ਹੋ ਕਿ ਫਰੈਸ਼ ਬੁਕਿੰਗ ਦਾ ਰੇਟ ਮਿਨੀਮਮ ਕਿੱਥੇ ਜਾ ਕੇ ਖਲੋਏਗਾ ਮਈ ਦੇ ਵਿੱਚ? ਫਰੈਸ਼ ਬੁਕਿੰਗ ਦਾ ਜਿਹੜਾ ਨਾ ਜੀ ਮੈਕਸਿਮਮ ਜਿਹੜਾ ਉੱਥੋਂ ਤੱਕ 3000 ਤੋਂ 3500 ਮੇਰਾ ਖਿਆਲ ਹੈ ਕਿ ਹੋਣਾ ਚਾਹੀਦਾ। 3 ਤੋਂ ਥੱਲੇ ਤੇ ਹੋਏਗਾ ਨਹੀਂ 3 ਤੋਂ ਅਬਾਵ ਹੋਣਾ 3 ਤੋਂ ਅਬਾਵ ਹੋਣਾ ਸਰ। ਸਹੀ 3 ਤੋਂ ਅਬਾਵ ਹੋਣਾ ਮਈ 4 ਠੀਕ ਹੈ ਮੇ ਵੀ 4-20 ਕ੍ਰਾਸ ਕਰ ਜੇ ਜਿਸ ਤਰ੍ਹਾਂ ਦੀ ਸੂਰਤ ਹਾਲ ਹੈ ਤੇਜ਼ੀ ਹੈ ਜੀ ਕਿਉਂਕਿ ਅਸੀਂ ਬੁਕਿੰਗ ਨੂੰ ਮੱਦੇਨਜ਼ਰ ਰੱਖੀਏ ਤੇ ਪਿਛਲੇ ਸਾਲ 800 ਤੋਂ ਸਟਾਰਟ ਹੋਈ ਸੀ ਐਤਕਾਂ 1500 ਤੋਂ ਸਟਾਰਟ ਹੋਈ ਹੈ। ਅੱਛਾ ਦੋ ਸਵਾਲ ਇਰਫਾਨ ਭਾਈ ਬੜੇ ਅਹਿਮ ਚੱਲਦੇ ਨੇ ਪਏ ਸਿਰਫ ਦੋ ਹੀ ਕਾਮਨ ਸਵਾਲ ਨੇ ਜੀਵਨ ਦੇ ਮੁਤਲਕ ਜਿਹੜੇ ਕਿ ਗਲਤ ਕੀਤੇ ਜਾਂਦੇ ਨੇ। ਇਹ ਪਹਿਲਾ ਤੇ ਉਹ ਤੇ ਚਲੋ ਠੀਕ ਹੈ ਕਿ ਜੀਵਨ ਵਿਕੇਗਾ ਕਿੱਥੇ ਵਿਕੇਗਾ ਇਹ ਥੋੜਾ ਜਿਹਾ ਐਕਸਪਲੇਨ ਕਰ ਦਿਓ ਕਿ ਇਹ ਲਸਣ ਸੇਲ ਕਿੱਥੇ ਤੇ ਕਿੰਜ ਹੋਏਗਾ? ਪਰ ਇਹ ਭਾਜੀ ਇਹ ਬੀ ਨਹੀਂ ਪੂਰੇ ਹੁੰਦਾ ਤੇ
ਅੱਗੇ ਤੇ ਅਗਲੀ ਗੱਲ ਤੇ ਫਿਰ ਆਗਾ ਨਾ ਹੋਣੀ ਅੱਗੋਂ ਕਿਹਦਾ ਕੀ ਬਣਨਾ ਜਾਂ ਕਿਹਨੇ ਯੇਤੀ ਕਰਾਂ ਦੇ ਬੀ ਨਹੀਂ ਪੂਰੇ ਹੁੰਦਾ ਹੁਣ ਜਾ ਕੇ ਲੋਕ ਉਹ ਬੜੀ ਬੜੀ ਦੂਰੋਂ ਬੀ ਲਿਆਣ ਡਏ ਨੇ ਲਈਏ ਤੋਂ ਬੀ ਆ ਰਿਹਾ ਫੈਸਲਾਬਾਦ ਤੋਂ ਬੀ ਆ ਰਿਹਾ ਚੀਜ਼ਾ ਵਤਨੀ ਤੋਂ ਬੀ ਆ ਰਿਹਾ ਔਰ ਲੋਕ ਕਿਰਾਇਆ ਲੈ ਰਹੇ ਨੇ ਠੀਕ ਹੈ ਕਿਲੋ ਪਿੱਛੇ 500-600 ਰੁਪਇਆ ਕਿਰਾਇਆ ਲੈ ਕੇ ਤੇ ਬੀ ਲਿਆ ਕੇ ਦੇ ਰਹੇ ਨੇ ਠੀਕ ਹੋ ਗਿਆ ਲੇਕਿਨ ਫਿਰ ਵੀ ਬੀ ਨਹੀਂ ਮਿਲ ਰਿਹਾ ਮਿਲ ਹੀ ਨਹੀਂ ਰਿਹਾ ਮਿਲ ਹੀ ਨਹੀਂ ਰਿਹਾ ਅਰਫਾਨ ਭਾਈ ਕੀ ਰਾਏ ਵੇ ਤੁਹਾਡੀ ਕਿੱਥੇ ਕਿਸ ਤਰ੍ਹਾਂ ਇਹ ਸੇਲ ਇਹਨਾਂ ਨੇ ਬਹੁਤ ਅੱਛੀ ਗੱਲ ਕੀਤੀ ਹੈ ਤੁਸੀਂ ਕੀ ਰਾਏ ਦੇਵੋਗੇ ਸਰ ਜਦੋਂ ਤੁਸੀਂ ਇਹਨੂੰ ਕਾਸਟ ਕਰਦੇ ਨਾ ਲੋਕੀ ਖੁਦ ਬਖੁਦ ਹੀ ਤੁਹਾਡੇ ਨਾਲ ਰਾਬਤਾ ਕਰਦੇ ਨੇ ਕਿ ਤੁਸੀਂ ਐਡਵਾਂਸ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਕਰਵਾਓ ਜਿਹੜੇ ਦੋਸਤਾਂ ਵੀ ਕਰਵਾਉਣੀ ਹੋਏ ਉਹ ਰਾਬਤਾ ਕਰ ਸਕਦੇ ਨੇ ਦੇਸੀ ਬਿਜ਼ਨਸ ਇਨਫੋ ਤੇ ਇਸ ਤੋਂ ਬਾਅਦ ਅਰਫਾਨ ਭਾਈ ਇਹ ਦੱਸੋ ਕਿ ਇਹ G1 ਕਿਆ ਫਰਾਡ ਹੈ ਧੋਖਾ ਹੈ ਡਬਲ ਸ਼ਾਹ ਹੈ ਕੋਈ ਐਸੀ ਗੇਮ ਹੈ ਵੇ ਨਹੀਂ ਸਰ ਇੱਕ ਬੜੀ ਜਿਹੜੇ ਰੀਜ਼ਨੇਬਲ comment ਫਸਲ ਹੈ ਕਰਨ ਵਾਲੇ ਭਾਈ ਨੇ ਫੇਸਬੁੱਕ ਤੇ ਉਹਦੇ ਆਰਾਮ ਨਾਲ ਘਰ ਬੈਠੇ ਆ ਬਿਸਤਰੇ 'ਚ ਸ਼ਹਿਰੀ ਇਹ ਜੀ ਫਰਾਡ ਹੈ ਧੋਖਾ ਹੈ ਬੱਚੇ ਗੁਜ਼ਾਰਿਸ਼ ਇਹ ਵੇ ਕਿ ਤਾਂ ਗ੍ਰੇਪ 400 ਅੰਗੂਰ ਕੱਟੇ ਆ ਸਮਝੋ ਕਿ ਨਹੀਂ ਇਹ ਲਾਣਾ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਲੇਕਿਨ ਅਸੀਂ ਇਹਨੇ ਛੋਟੇ ਤੋਂ ਛੋਟੇ ਪੈਮਾਨੇ ਤੋਂ ਸਟਾਰਟ ਕਰਨਾ ਚਾਹੀਦਾ ਬਾਕੀ ਇਹ ਵੇ ਕਿ ਇਨਸ਼ਾਅੱਲਾ ਤਾਲਾ ਬਿਹਤਰੀ ਹਾਲਾਤ ਨਜ਼ਰ ਆ ਰਹੇ ਨੇ ਬਾਕੀ ਤਾਂ ਅੱਲਾਹ ਤਾਲਾ ਜ਼ਾਦੀ ਬਿਹਤਰ ਰੱਖੋ ਇਹਦਾ 3-4 ਸਾਲ ਕਿਤੇ ਨਹੀਂ ਜਾ ਰਿਹਾ ਠੀਕ ਹੈ ਨਾ ਜੀ ਛੋਟੇ ਪੈਮਾਨੇ ਤੋਂ ਤੁਸੀਂ ਸਟਾਰਟ ਲੈ ਲਓ ਰਹਿ ਗਈ ਵੇਚਣ ਵਾਲੀ ਗੱਲ ਲੋਕ ਖੁਦ ਬਖੁਦ ਤੁਹਾਡਾ ਰਾਬਤਾ ਕਰਦੇ ਨੇ ਇਹਦੇ ਤੇ 20 ਦੀ ਹੱਦ ਤੱਕ ਹੀ ਮਲਟੀਪਲਾਈ ਹੋ ਰਿਹਾ ਬੀਜ ਨਹੀਂ ਪੂਰਾ ਹੋ ਰਿਹਾ ਬੀਜ ਜਦੋਂ ਪੂਰਾ ਹੋਣਾ ਹੈ ਉਸ ਤੋਂ ਬਾਅਦ ਇਹ ਖਾਣ ਵਾਸਤੇ ਕਿਸੇ ਮੰਡੀ ਆਉਣਾ ਹੈ ਦੋਸਤੋ ਥੋੜੀਆਂ ਜਿਹੀਆਂ ਸਖਤ ਗੱਲਾਂ ਕਰਾਂਗਾ ਇਹਨਾਂ ਕਮੈਂਟ ਵਾਲਿਆਂ ਦੇ ਬਾਰੇ ਚ ਤਾਂ ਕਿ ਉਹਨਾਂ ਦੀ ਨਾ ਫਿਰਕੀ ਜਿਹੜੀ ਹੈ ਸਿੱਧੀ ਹੋਏ ਇੱਕ ਗੰਦਮ ਹੈ ਕਣਕ ਅਸੀਂ ਘਰ ਖਾਂਦੇ ਆ 50 ਮਣ ਪਾਕਿਸਤਾਨ ਪੂਰੇ ਦੀ ਐਵਰੇਜ 40 ਤੋਂ 50 ਮਣ ਅੱਜ 25 ਮਣ ਸਮਝੋ 25 ਮਣ ਕਿਤੇ ਬਹੁਤ ਘੱਟ ਹੈ ਹਾਂਜੀ ਅੱਜ ਕੋਈ ਗੰਦਮ ਨਿਕਲ ਆਇਆ ਦੋ ਕਿਸਾਨ ਮੇਰੇ ਨਾਲ ਖਲੋਤੇ ਨੇ ਜਿਹੜੀ 400 ਮਣ ਪੈਦਾਵਾਰ ਦੇ 300 ਮਣ ਪੈਦਾਵਾਰ ਦੇ ਤੁਸੀਂ ਕਿਹਾ ਉਹਦਾ ਵੀ 50000 ਰੁਪਏ ਕਿਲੋ ਨਹੀਂ ਵਿਕਣਾ ਜਿਹਦੀ ਪੈਦਾਵਾਰ ਹੀ 8 ਗੁਣਾ ਜ਼ਿਆਦਾ ਦੇਖੋ ਇੰਨੀ ਜੀ ਕਣਕ ਜ਼ਿਆਦਾ ਹੁੰਦੀ ਹੈ ਕਣਕ ਹੁਣ 5000 ਰੁਪਏ ਦਾ ਤੋੜਾ ਆ ਰਿਹਾ ਬਿਲਕੁਲ 50 ਕਿਲੋ ਦਾ ਆ ਰਿਹਾ 5000 ਰੁਪਏ ਦਾ ਕਿਲੋ ਆ ਰਿਹਾ ਬਿਲਕੁਲ। ਇੱਕ ਤੋੜਾ ਤੇ ਉਹ ਕਿੱਲੇ ਚੋਂ ਕਿੰਨੀ ਨਿਕਲੀਆਂ 50-55 ਮਣ ਬੜੀ ਜਿਹਨੇ ਮਿਹਨਤ ਕਰਨੀ ਜਿਹਨੇ ਬੜੀ ਮਿਹਨਤ ਸ਼ੇਅਰ ਕਰਨੀ। ਕਰਨੀ ਹੈ। ਹਾਂਜੀ। ਆਮ ਥੱਕੀ ਵੀ 25-30 ਮਣ ਹੈ ਹਾਂਜੀ ਇਹਦੇ ਚ ਦੋਸਤੋ ਇਹ ਲਸਣ ਇਹਦੇ ਚ ਨਿਊਟ੍ਰੀਐਂਟਸ ਇੰਗਰੀਡੀਐਂਟਸ ਪ੍ਰੋਡਕਟ ਹਰ ਚੀਜ਼ ਜਿਹੜੀ ਲਸਣ ਚ ਹੋਣੀ ਚਾਹੀਦੀ ਹੈ ਨਾ ਆਮ ਦੇਸੀ ਹਰਨਾਈ ਹਰ ਕਿਸੇ ਤੋਂ ਜ਼ਿਆਦਾ ਇਹ ਲਸਣ ਇੱਕ ਏਕੜ ਅਗਰ ਅਸੀਂ 15 ਤੋਂ 20 ਮਣ ਲਾਉਂਦੇ ਆ ਹੋ ਹੀ ਨਹੀਂ ਸਕਦਾ 400 ਮਣ ਤੋਂ ਥੱਲੇ ਆਏ ਅਗਰ ਡ੍ਰਿਪ ਇਰੀਗੇਸ਼ਨ ਤੇ ਜਾਂਦੇ ਆ ਤੇ 450 ਮਣ ਤੱਕ ਐਵਰੇਜ ਪਾਕਿਸਤਾਨ ਦੇ ਵਿੱਚ ਆਈ ਹੈ ਹੁਣ ਇਹ ਚੀਜ਼ ਹੀ ਇੱਕ ਨਿਆਬ ਹੈ ਇੱਕ ਹੈ ਹੀ ਮਤਲਬ ਇਹ ਆਮ ਜਿਹੜਾ ਲਸਣ ਹੈ ਉਹ ਤੋਂ ਹੈ ਹੀ 8 ਗੁਣਾ ਇਹ ਚੀਜ਼ ਹੀ ਤਗੜੀ ਹੈ ਇਹਦਾ ਕਿਸ ਤਰ੍ਹਾਂ ਰੇਟ ਥੱਲੇ ਆ ਸਕਦਾ ਇਹ ਹੁਣ ਅਗਰ 16000 ਰੁਪਏ ਵਿਕਦੀ ਹੈ ਬਈ ਮੈਂ ਸਮਝਦਾ ਇਹਦਾ ਰੇਟ ਹੈ ਹੀ 16000 ਰੁਪਏ ਘੱਟ ਹੈ ਇਹ ਤੇ 50000 ਰੁਪਏ ਕਿਲੋ ਵਿਕਣਾ ਚਾਹੀਦਾ ਤੇ ਹਰ ਕਿਸਾਨ ਨੂੰ ਜਿਹੜਾ ਬੇਸ਼ੱਕ ਕਿਲੋ ਲੇ ਇੱਕ ਮਰਲਾ ਲਾਏ ਲਗਾਏ ਲਾਜ਼ਮੀ ਲਾਏਗਾ ਤੇ ਉਹਨੂੰ ਪਤਾ ਲੱਗੇਗਾ ਕਿ ਜੀਵਨ ਕੈਸਾ ਹੈ ਇਹ ਉਹ ਕਿਸਾਨ ਨੇ ਜਿਨ੍ਹਾਂ ਪਿਛਲੇ ਸਾਲ ਮਿਹਣੇ ਮਾਰੇ ਸਾਰੇ ਪਿੰਡ ਨੇ ਹਾਂਜੀ ਬਿਲਕੁਲ ਕਿਉਂ ਜੀ ਗੁਰਫਾਨ ਭਾਈ ਨੂੰ ਦੱਸਿਆ ਪੁੱਛਿਆ ਨਹੀਂ ਜੀ ਤੁਹਾਂ ਕੀ ਆਖਿਆ ਜਦੋਂ ਇਹਨਾਂ ਬੀ ਲਿਆ ਕੇ ਲਾਇਆ ਨਹੀਂ ਅਸੀਂ ਇਹ ਲੋਕ ਆਂਦੇ ਆ ਭਾਈ ਸ਼ਦਾਈ ਨੇ ਠੀਕ ਹੈ ਇਹਨੇ ਆ ਕੰਮ ਜਿਹੜਾ ਕੀਤਾ ਗਲਤ ਕੀਤਾ ਕੀ ਥੋਮ ਹੀ ਲੈਣਾ 11 ਲੱਖ ਰੁਪਈਆ ਖਰਚ ਛੜਿਆ ਐਤਕੀ ਮੱਥੇ ਕਿ ਤੁਹਾਨੂੰ ਦੱਸਿਆ ਪਰ ਮੈਂ ਖੁਦ ਆਪੀ 12 ਲੱਖ ਰੁਪਈਆ ਖਰਚਿਆ ਵੇਖ ਲਓ ਇੰਜ ਹੀ ਜਿਹੜਾ ਨਾ ਲਾ ਕੇ ਵੇਖੋ ਤੇ ਇੰਨਾ ਲਸਣ ਕਰ ਦੋ ਪਾਕਿਸਤਾਨ ਦੇ ਵਿੱਚ ਕਿ ਬਾਹਰੋਂ ਕੰਪਨੀਆਂ ਨੂੰ ਇੱਥੋਂ ਚੁੱਕ ਕੇ ਖੜਨ ਕਿਉਂਕਿ ਇੱਕ ਆਮ ਲਸਣ ਤੋਂ ਹੈ ਹੀ ਤਾਕਤਵਰ ਹੈ ਇਹਦੀ ਹਰ ਕੁਆਲਿਟੀ ਜ਼ਿਆਦਾ ਹੈ ਇਹਦੀ ਸ਼ੈਲਫ ਲਾਈਫ ਜ਼ਿਆਦਾ ਹੈ ਇਹਦਾ ਸਾਈਜ਼ ਅੱਛਾ ਹੈ ਇਹ ਛਿੱਲਣ ਦੇ ਵਿੱਚ ਆਸਾਨ ਹੈ ਘਰ ਇਸਤੇਮਾਲ ਕਰਨ ਦੇ ਵਿੱਚ ਆਸਾਨ ਹੈ ਇਹਦੀ ਚ ਤਾਕਤ ਜ਼ਿਆਦਾ ਹੈ ਇਹਦੀ ਜ਼ਮੀਨ ਦੇ ਵਿੱਚ ਪੈਦਾਵਾਰ ਆਮ ਲਸਣ ਨਾਲੋਂ 8 ਗੁਣਾ ਜ਼ਿਆਦਾ ਹੈ ਇਹਦੀ ਟੇਕ ਕੇਅਰ ਬਹੁਤ ਘੱਟ ਹੈ ਇਹਨੂੰ ਲਾਉਣ ਦਾ ਤਰੀਕੇ ਤੇ ਜਿਹੜਾ ਨਾ ਆਮ ਲਸਣ ਨਾਲੋਂ ਘੱਟ ਖਰਚਾ ਹੈ ਹਰ ਫਾਇਦਾ ਇਹਦਾ ਆਮ ਲਸਣ ਨਾਲ ਜ਼ਿਆਦਾ ਹੈ ਇਹਨੂੰ ਲਾਜ਼ਮੀ ਲਾਓ ਇਨਸ਼ਾਅੱਲਾ ਇੱਕ ਨੈਕਸਟ ਵੀਡੀਓ 'ਚ ਮਿਲਾਂਗੇ